CNE न्यूज में आप सभी का स्वागत है और अब लेते हैं खबर विशेष की ये खबर। चंडीगढ़ में सेंट्रल सर्विस रूल्स लागू होने के बाद से यूटी के रेगुलर एम्प्लॉइज और ठेके आउटसोर्सिंग कर्मचारियों के बीच वाक युद्ध शुरू हो गया है। इस वाक युद्ध में कोऑर्डिनेशन कमेटी के महासचिव राकेश कुमार भी कूद गए हैं। उन्होंने कहा कि ठेके और आउटसोर्स कर्मचारियों के लिए हक की लड़ाई को जारी रखेंगे और वह भी तब तक जब तक इन कर्मचारियों को न्याय न मिल जाए। राकेश कुमार ने तर्क वितर्क करते हुए कहा कि आखिरकार ठेके और आउटसोर्स कर्मचारियों को समान काम और समान वेतन क्यों नहीं। आप सभी से आग्रह है कि इस पूरी रिपोर्टिंग को जरूर सुनें ताकि कर्मचारियों की पेचीदगी समझ सकें। कर्मचारी नेता राकेश कुमार को सुनने से पहले इस लोकप्रिय चैनल CNE न्यूज को जरूर सब्सक्राइब करें और ऑल बेल को भी दबाएं। अब सुनते हैं राकेश कुमार को। देखो, आउटसोर्स मुलाਜ਼ਮ जो है, चाहे चंडीगढ़ है चाहे पंजाब है, सब तो ज़्यादा ਕੰਮ ਕੀਤਾ ਉਹਨਾਂ ਨੇ कोविड-19 ਦੇ ਵਿੱਚ। ਪਰ ਸਰਕਾਰਾਂ ਜਿਹੜੀਆਂ ਉਹਨਾਂ ਵੱਲ ਧਿਆਨ ਬਹੁਤ ਘੱਟ ਦੇ ਰਹੀਆਂ। ਚੰਡੀਗੜ੍ਹ ਪ੍ਰਸ਼ਾਸਨ ਦੇ ਵਿੱਚ ਹੀ ਤੁਸੀਂ ਦੇਖੋ, ਜਦੋਂ ਕਰੋਨਾ ਕਾਲ ਹੀ 2020 ਦੇ ਵਿੱਚ ਇਹਨਾਂ ਨੇ DA ਰੋਕਤਾ, DC ਰੇਟ ਵੀ ਰੋਕਤੇ ਨਾਲ ਹੀ। ਆਪਾਂ ਲੜੇ ਵੀ DA ਦਾ DC ਰੇਟ ਨਾਲ ਕੀ ਸੰਬੰਧ, ਉਹਨੂੰ ਲਾਗੂ ਕਰੋ। ਨਵੰਬਰ 'ਚ ਇਹਨਾਂ ਨੇ ਖੋਲ੍ਹਤਾ, ਪਰ ਲਾਗੂ ਕਰਨ ਦੀ ਜਦੋਂ ਵਾਰ ਇਹ 7% ਵਧਾਏ ਨਾ 1/4/2021 ਤੋਂ, ਜਦ ਬਣਦੇ ਸਾਡਾ 18% ਹੀ। ਹੁਣ ਲੰਮਸਮ DA ਰੈਗੂਲਰ ਮੁਲਾਜ਼ਮਾਂ ਨੂੰ ਉਹਨਾਂ ਨੇ ਦੇ ਦਿੱਤਾ 25%। ਆਪਾਂ ਮੰਗ ਕਰ ਰਹੇ ਹਾਂ ਕਿ 18% ਬਣਦਾ 1/4/2021 ਤੋਂ, ਉਹ ਵਧਾ ਦਿਓ। 7 ਦਿੱਤਾ ਤੁਸੀਂ, 11 ਹੋਰ ਦਿਓ। ਨਹੀਂ ਦਿੱਤਾ ਇਹਨਾਂ ਨੇ। ਹੁਣ ਅਗਲਾ ਡਿਊ ਹੋ ਗਿਆ 1/4 ਤੋਂ। ਹੁਣ ਸਾਡਾ 7% DA ਹੋਰ ਵੱਧ ਗਿਆ, 32% ਹੋ ਗਿਆ। 1 ਜਨਵਰੀ ਤੋਂ ਹੋਰ ਵੱਧ ਜਾਣਾ ਥੋੜ੍ਹਾ ਬਹੁਤ। ਅਤੇ ਹੁਣ 20% ਸਾਡਾ DC ਰੇਟ ਬਣ ਰਿਹਾ, ਪਲੱਸ 20%। ਬਾਰ-ਬਾਰ ਇਹਨਾਂ ਨੂੰ ਕਹਿ ਰਹੇ ਵਧਾਓ ਵਧਾਓ, ਹਾਂ ਕਰੀ ਜਾਂਦੇ, ਕਰਦੇ ਨਹੀਂ। ਮਤਲਬ ਇਹ ਵੀ ਇਹਨਾਂ ਜਿਹੜੇ ਸਭ ਤੋਂ ਜ਼ਿਆਦਾ ਕੰਮ ਕਰਨ ਵਾਲੇ ਲੋ ਪੇਡ ਵਰਕਰ ਆ, ਉਹਨਾਂ ਨਾਲ ਹੀ ਧੱਕਾ ਜਿਹੜਾ ਕੀਤਾ ਜਾ ਰਿਹਾ। ਜਿੱਥੋਂ ਤੱਕ ਅਮਿਤ ਸ਼ਾਹ ਦੀ ਡਿਕਲੇਰੇਸ਼ਨ ਦਾ ਸਵਾਲ ਆ, ਰੂਲ ਪੰਜਾਬ ਦੇ ਹੋਣ ਜਾਂ ਸੈਂਟਰ ਦੇ ਹੋਣ, ਆਊਟਸੋਰਸ ਮੁਲਾਜ਼ਮਾਂ ਨੂੰ ਨਾ ਪੰਜਾਬ ਦਾ ਫਾਇਦਾ ਸੀ ਨਾ ਸੈਂਟਰ ਦੇ ਰੂਲਾਂ ਦਾ ਫਾਇਦਾ। ਇਹਨਾਂ ਨੂੰ ਫਾਇਦਾ ਉਦੋਂ ਹੋਣਾ ਵਾ ਜਦੋਂ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਇਹਨਾਂ ਵਾਸਤੇ ਸਿਕਿਉਰਡ ਪਾਲਿਸੀ ਬਣਾਊਗੀ। ਉਹ ਕਿਵੇਂ ਬਣਨੀ ਆ? ਉਮਾ ਦੇਵੀ ਵਰਸਸ ਸਟੇਟ ਆਫ ਕਰਨਾਟਕਾ ਦੀ ਜਜਮੈਂਟ ਆਈ ਆ, ਜਿਹਦੇ ਆਧਾਰ 'ਤੇ ਡੇਲੀ ਵੇਜ ਮੁਲਾਜ਼ਮਾਂ ਵਾਸਤੇ ਇਹਨਾਂ ਨੇ ਚੰਡੀਗੜ੍ਹ 'ਚ ਪਾਲਿਸੀ ਬਣਾਈ ਆ। ਉਹਨੂੰ ਰੈਗੂਲਰ ਕੀਤਾ ਜਾਂਦਾ, ਬੇਸਿਕ ਪਲੱਸ DA ਦੇ ਰਹੇ ਆ, ਅਤੇ ਅਦਰ ਅਲਾਊਂਸੇਜ ਅਤੇ ਨਾਲ ਰਿਟਾਇਰਮੈਂਟ ਵੇਲੇ ਪੈਨਸ਼ਨ ਦਿੱਤੀ ਜਾਂਦੀ ਆ। ਪਰ ਜਦੋਂ ਪਾਲਿਸੀ ਬਣਾਈ 96 'ਚ, ਉਸ ਵੇਲੇ ਆਊਟਸੋਰਸ ਮੁਲਾਜ਼ਮ ਜ਼ਿਆਦਾ ਨਹੀਂ ਸੀ ਚੰਡੀਗੜ੍ਹ 'ਚ, ਅਤੇ ਜਿਹੜੀ ਜਜਮੈਂਟ ਆਈ ਆ ਉਹਦੇ ਵਿੱਚ ਆਊਟਸੋਰਸ ਦਾ ਵੀ ਜ਼ਿਕਰ ਆ। ਆਪਾਂ ਪ੍ਰਸ਼ਾਸਨ ਨੂੰ ਇਸ ਗੱਲ ਲਈ ਪ੍ਰੈਸ਼ਰਾਈਜ਼ ਕਰ ਰਹੇ ਹਾਂ ਕਿ ਉਹ ਜਿਹੜੀ ਇਹ ਪਾਲਿਸੀ ਉਹਨੂੰ ਐਕਸਟੈਂਡ ਕਰੋ ਆਊਟਸੋਰਸ ਮੁਲਾਜ਼ਮਾਂ ਦੇ ਵਾਸਤੇ। ਹੁਣ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਡਿਸੀਜਨ ਕਰ ਲਿਆ ਕਿ ਆਊਟਸੋਰਸ ਮੁਲਾਜ਼ਮ ਜਿਹੜੇ ਕੱਢੇ ਨਹੀਂ ਜਾਣਗੇ। ਜਿੱਥੇ ਰੈਗੂਲਰ ਆਫ ਨੇਚਰ ਵਰਕ ਹੈ ਉੱਥੇ ਕੱਢੇ ਨਹੀਂ ਜਾਣਗੇ, ਉਹ ਕੰਮ ਕਰਨਗੇ ਲਗਾਤਾਰ। ਜੇ ਕੰਮ ਲਗਾਤਾਰ ਕਰਨਾ, ਨੇਚਰ ਆਫ ਜੋਬ ਲਗਾਤਾਰ ਹੈ ਸਾਡੀ, ਅਤੇ ਫਿਰ ਸਾਨੂੰ ਇਕੁਅਲ ਵਰਕ ਇਕੁਅਲ ਪੇ ਕਿਉਂ ਨਾ ਦਿੱਤਾ ਜਾਵੇ? ਕੋਈ ਕਾਰਨ ਨਹੀਂ। ਸੁਪਰੀਮ ਕੋਰਟ ਦੇ ਫੈਸਲੇ ਆ, ਦਲੀਲ ਅਪੀਲ ਇਹਦੇ 'ਤੇ ਕਿਸੇ ਦੀ ਨਹੀਂ ਸੁਣਦੇ। ਆਪਾਂ ਚਾਹੁੰਦੇ ਹਾਂ ਕਾਨੂੰਨ ਨਾਲ ਕੰਮ ਕਰੋ, ਆਪਾਂ ਕਾਨੂੰਨ ਤੋਂ ਬਾਹਰ ਨਹੀਂ ਜਾਂਦੇ। ਜਦੋਂ ਡੇਲੀ ਵੇਜ ਦੀ ਪਾਲਿਸੀ ਬਣਾਉਣੀ ਸੀ, ਉਦੋਂ ਇਹਨਾਂ ਨੇ ਬਹਾਨਾ ਲਾਇਆ ਜੀ ਪੰਜਾਬ ਦੇ ਰੂਲ ਬਣ ਨਹੀਂ ਸਕਦੀ। ਆਪਾਂ ਕਿਹਾ ਦੱਸੋ ਜੀ, ਇਹ ਰੂਲਾਂ 'ਚ ਕਵਰ ਹੈ। 13/92 ਨੋਟੀਫਿਕੇਸ਼ਨ ਕੱਢੀ ਆਪਾਂ ਸਾਹਮਣੇ ਪਿਆ। 13/92 ਦੀ ਨੋਟੀਫਿਕੇਸ਼ਨ ਆ ਕਿ ਆਊਟਸੋਰਸ ਮੁਲਾਜ਼ਮ ਜਾਂ ਡੇਲੀ ਵੇਜ ਮੁਲਾਜ਼ਮਾਂ 'ਤੇ ਲਾਗੂ ਹੁੰਦੀ ਆ। ਪਰਸੋਨਲ ਡਿਪਾਰਟਮੈਂਟ ਕਿਹਾ ਨਹੀਂ, ਇਹ ਨਹੀਂ ਹੁੰਦੀ। ਆਪ ਬਣਾਉਣੀ ਪਈ ਪਾਲਿਸੀ ਇਹਨਾਂ ਨੂੰ। ਇਹੀ ਗੱਲ ਅੱਜ ਵੀ ਢੁੱਕਦੀ ਆ ਕਿ ਆਊਟਸੋਰਸ ਮੁਲਾਜ਼ਮਾਂ 'ਤੇ ਸੈਂਟਰ ਦੇ ਰੂਲ ਵੀ ਲਾਗੂ ਨਹੀਂ ਗਏ, ਪੰਜਾਬ ਦੇ ਵੀ ਲਾਗੂ ਨਹੀਂ ਹੁੰਦੇ। ਉਹਨਾਂ ਦੀ ਸਰਵਿਸ ਕੰਡੀਸ਼ਨ ਦੇ ਉੱਤੇ ਕੋਈ ਇਹ ਰੂਲ ਨਹੀਂ, ਉਹਨਾਂ ਦਾ ਐਗਰੀਮੈਂਟ ਹੁੰਦਾ ਇੱਕ, ਉਹਦੇ ਆਧਾਰ 'ਤੇ ਰੱਖੇ ਜਾਂਦੇ ਆ। ਅਤੇ ਆਪਾਂ ਬੇਨਤੀ ਕਰ ਰਹੇ ਪ੍ਰਸ਼ਾਸਨ ਨੂੰ ਕਿ ਜਿਸ ਤਰ੍ਹਾਂ ਡੇਲੀ ਵੇਜ ਵਾਸਤੇ ਪਾਲਿਸੀ ਬਣਾਈ ਆ, ਉਹਨਾਂ ਲਈ ਪਾਲਿਸੀ ਬਣੇ, ਉਹਨਾਂ ਦਾ फ्यूचर ब्राइट होवे। बिल्कुल, जिस तरह से आपने कहा कि पॉलिसी बननी चाहिए खासकर आउटसोर्स और कॉन्ट्रैक्ट जो कर्मचारी हैं, मुलाजिम हैं, लेकिन सवाल उठता है कि जब अमित शाह यहाँ पर आए और जो रेगुलर एम्प्लॉयज़ हैं उनके लिए तो वो कर गए वो घोषणा, लेकिन इन दोनों के बारे में कोई साफ स्थिति जो है वो क्लियर नहीं हो पाया। इसको लेकर के हमें लगता है कि जो कॉन्ट्रैक्ट और आउटसोर्स के कर्मचारी हैं उनमें गुस्सा है इस बात को लेकर। ਨੈਚੁਰਲੀ 15,000 ਤੋਂ ਉੱਪਰ ਚੰਡੀਗੜ੍ਹ 'ਚ ਆਊਟਸੋਰਸ ਮੁਲਾਜ਼ਮ ਵੀ ਆ, ਬਰਾਬਰ ਜਿੰਨੇ ਰੈਗੂਲਰ ਉਨੇ ਹੀ ਆ। ਨੈਚੁਰਲੀ ਇਹ ਚਾਹੀਦਾ ਸੀ ਉਹਨਾਂ ਨੂੰ, ਅਮਿਤ ਸ਼ਾਹ ਨੂੰ, ਇੱਥੋਂ ਬੈਕ ਜਿਹੜੀ ਥੋੜ੍ਹੀ ਜਿਹੀ ਨੌਲੇਜ ਲੈਂਦਾ ਇਹਦੇ ਉੱਤੇ ਵੀ ਇੱਥੇ ਕੀ ਹੈ ਸਟਰਕਚਰ ਜਿਹੜਾ ਇੰਪਲਾਈਜ਼ ਦਾ। ਜੇ ਉਹਨੂੰ ਇਹ ਗੱਲ ਦੱਸੀ ਜਾਂਦੀ ਠੀਕ ਤਰੀਕੇ ਨਾਲ, ਅਤੇ ਉਹ ਜ਼ਰੂਰ ਆਊਟਸੋਰਸ ਬਾਰੇ ਵੀ ਇਹਨਾਂ ਨੂੰ ਕੁਛ ਘੋਸ਼ਣਾ ਕਰਦਾ ਨਾ ਕਰਦਾ ਹੈ, ਪਰ ਇਹਨਾਂ ਨੂੰ ਐਡਮਿਨਿਸਟ੍ਰੇਸ਼ਨ ਜ਼ਰੂਰ ਕੁਛ ਨਾ ਕੁਛ ਕਹਿ ਕੇ ਜਾਂਦਾ ਵੀ ਇੰਝ ਕਰ ਦਿਓ, ਇਹਨਾਂ ਦਾ ਵੀ ਕੁਛ ਨਾ ਕੁਛ ਹੋਣਾ ਚਾਹੀਦਾ। ਅਤੇ ਸਾਨੂੰ ਉਮੀਦ ਆ, ਕਿਉਂਕਿ ਦੇਖੋ ਜੇ ਚੰਡੀਗੜ੍ਹ ਦੇ ਵਿੱਚ ਆਊਟਸੋਰਸ ਮੁਲਾਜ਼ਮਾਂ ਹੀ ਚੰਡੀਗੜ੍ਹ ਨੂੰ ਚਲਾਉਣਾ, ਅਤੇ ਚੰਡੀਗੜ੍ਹ ਪ੍ਰਸ਼ਾਸਨ ਬਹੁਤਾ ਚਿਰ ਰੋਕ ਨਹੀਂ ਸਕਦਾ ਸਾਨੂੰ ਇਸ ਗੱਲ ਤੋਂ ਵੀ ਇਹਨਾਂ ਲਈ ਪਾਲਿਸੀ ਨਹੀਂ ਬਣਾਈ ਜਾਊਗੀ, ਬਣਾਉਣੀ ਪੈਣੀ ਆ। बिल्कुल,
लेकिन आप ये सवाल ये उठता है कि एक तरफ तो लड्डू बांटे जा रहे हैं जो रेगुलर एम्प्लॉयज़ हैं, तो वो रेगुलर एम्प्लॉयज़ जितने भी हैं, जितनी भी यूनियनें हैं यहाँ पर, उन्होंने ये आवाज़ क्यों नहीं उठाई कि हमें अगर आप कुछ गिफ्ट दे रहे हो, हमारे बारे में कुछ घोषणा कर रहे हो, तो इन लोगों के बारे में भी कुछ घोषणा करो जो एकदम से अव्यवस्थित है, कभी निकाल देना, कभी ले जाना, लूट पाट, सैलरी कम मिलना, बहुत तरह की बातें। तो क्या ये एक दायित्व नहीं है जो रेगुलर एम्प्लॉयज़ हैं वो भी कुछ चर्चा करें आउटसोर्स और ਠੇਕੇ ਵਾਲੇ ਲੋਕ? ਅਮਿਤ ਸ਼ਾਹ ਜੀ ਤੇ ਅੱਜ ਆਏ ਆ ਚੰਡੀਗੜ੍ਹ ਦੇ ਵਿੱਚ। ਸਾਡੀ ਲੜਾਈ ਇਹ 2010 ਤੋਂ ਲਗਾਤਾਰ ਚੱਲ ਰਹੀ ਆਊਟਸੋਰਸ ਮੁਲਾਜ਼ਮਾਂ ਦੀ, ਤੇ ਜਿੰਨੀਆਂ ਆਰਗੇਨਾਈਜੇਸ਼ਨ ਹੈ ਤਕਰੀਬਨ ਰੈਗੂਲਰ EMPLOYEES ਹੀ ਚਲਾ ਰਹੇ, ਉਹਨਾਂ ਦੇ ਨਾਲ ਆਊਟਸੋਰਸ ਮੁਲਾਜ਼ਮਾਂ ਨੂੰ ਲਾ ਕੇ ਉਹਨਾਂ ਲਈ ਲੜ ਰਹੇ ਆ। ਅੱਜ ਚੰਡੀਗੜ੍ਹ ਦੇ ਵਿੱਚ ਜੇ ਆਪਾਂ ਇਹ ਕਰਾਉਣ 'ਚ ਕਾਮਯਾਬ ਹੋਏ ਆ ਕਿ ਮੁਲਾਜ਼ਮ ਨਹੀਂ ਕੱਢੇ ਜਾਣਗੇ ਤੇ ਲੜेंगे ਤੇ ਤਾਂ ਵਾ ਨਾ। ਇਹ ਰੈਗੂਲਰ ਮੁਲਾਜ਼ਮ ਵੀ ਲੜੇ ਆ, ਕੰਟਰੈਕਟਰ ਵਾਲੇ ਵੀ ਰਲ ਕੇ ਇਹ ਲੜਾਈ ਲੜੀ ਹੈ ਤੇ ਸਿਰੇ ਲੱਗੀ ਆ। ਸਿਕਿਉਰਡ ਪਾਲਿਸੀ ਦਾ ਪਹਿਲਾ ਸਟੈਪ ਆਪਾਂ ਕੰਪਲੀਟ ਕਰ ਚੁੱਕੇ ਹਾਂ। ਉਹ ਵੀ ਤਾਂ ਕਿ ਜਿਹੜੇ ਪਹਿਲੇ ਗਵਰਨਰ ਸੀ, ਜਦ ਆਪਾਂ ਗਵਰਨਰ ਹਾਊਸ ਧਰਨਾ ਦਿੱਤਾ, ਗ੍ਰਿਫਤਾਰੀਆਂ ਹੋਈਆਂ ਸਾਡੀਆਂ, ਉਦੋਂ ਇਹ ਆਵਾਜ਼ ਸਾਡੀ ਉਹਨਾਂ ਦੇ ਕੰਨਾਂ 'ਚ ਪਈ, ਤੇ ਉਹਨਾਂ ਧਰਮਪਾਲ ਜੀ ਨੂੰ ਇਹ ਗੱਲ 'ਤੇ ਐਡਵਾਈਸ ਦਿੱਤੀ ਕਿ ਇਹਨਾਂ ਦਾ ਮਸਲਾ ਹੱਲ ਕਰੋ, ਤੇ ਉਹਨਾਂ ਕਰ ਦਿੱਤਾ। 25 ਅਕਤੂਬਰ ਨੂੰ ਆਰਡਰ ਕਰਤੇ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਕੋਈ ਵੀ ਪੁਰਾਣਾ ਬੰਦਾ ਕੱਢਿਆ ਨਹੀਂ ਜਾਊਗਾ ਜਦੋਂ ਠੇਕਾ ਬਦਲਦਾ, ਤੇ ਉਹਦੇ 'ਤੇ ਲੜ ਰਹੇ ਆ। ਤੇ ਦੇਖੋ ਸਾਡਾ ਤਾਂ ਇੱਕ ਸਟੈਪ ਜਿੱਤੇ ਆ, ਅਗਲਾ ਸਟੈਪ ਸਾਨੂੰ ਉਮੀਦ ਹੈ ਕਿ ਇਸ ਸਾਲ ਦੇ ਵਿੱਚ ਆਪਾਂ ਇਕੁਅਲ ਵਰਕ ਇਕੁਅਲ पे लागू कराਉਣ 'ਚ ਕਾਮਯਾਬ ਹੋਵਾਂਗੇ। किस तरह से आप समझाने की कोशिश करेंगे जो आउटसोर्स पर हैं, जो ठेके पे हैं और उनमें गुस्सा है, अमित शाह के फैसले को लेके गुस्सा है, बल्कि ऐसा मैं देख रहा हूँ कि जो रेगुलर एम्प्लॉयज़ और जो ठेके वाले एम्प्लॉयज़ हैं, दोनों के बीच में दूरी बढ़ गई। वो कहते हैं कि रेगुलर एम्प्लॉयज़ हमारे बारे में कुछ नहीं बोलते, जबकि रेगुलर एम्प्लॉय को अगर कोई समस्या आती है तो हम लोग उनके लिए लड़ाई लड़ते हैं, अपनी नौकरी तक गंवा देते हैं। इसके बाद भी रेगुलर एम्प्लॉयज़ हमारे बारे में, यानी ठेके के जो पर काम करने वालों के बारे में कुछ नहीं कह रहे। नहीं, ਇਹੋ ਜਿਹਾ ਤਾਂ ਕੋਈ ਇਸ਼ੂ ਹੈ ਨਹੀਂ ਇੱਥੇ ਕਿਤੇ ਵੀ। ਲੜ ਹੀ ਰਹੇ ਆ, ਲਗਾਤਾਰ ਲੜ ਰਹੇ ਆ। ਹਾਂ, ਲੀਡਰਾਂ 'ਚ ਡਿਫਰੈਂਸ ਆਫ ਓਪੀਨੀਅਨ ਹੋ ਸਕਦਾ, ਲੀਡਰ ਅਲੱਗ-ਅਲੱਗ ਹੋ ਸਕਦੇ ਆ, ਮੁਲਾਜ਼ਮ ਅਲੱਗ ਕਦੇ ਨਹੀਂ ਹੁੰਦੇ। ਜੇ ਅੱਜ ਆਪਾਂ ਹਿੰਦੁਸਤਾਨ 'ਚ ਦੇਖਦੇ ਹਾਂ ਫਿਰਕਾ ਪ੍ਰਸਤੀ ਆ, ਉਹ ਆਏ ਆ, ਉਹ ਲੀਡਰ ਪੈਦਾ ਕਰ ਰਹੇ ਆ। ਇਹ ਜੇ ਦੁਫਾੜ ਕਿਤੇ ਆਈ ਹੈ, ਸਾਡੇ 'ਚ ਤਾਂ ਕੋਈ ਗੱਲ ਆਈ ਨਹੀਂ। ਸਾਡੀ ਆਰਗੇਨਾਈਜੇਸ਼ਨ ਚੱਲ ਰਹੀ ਆ, ਕੰਟਰੈਕਟ ਵਾਲੇ ਵੀ ਨਾਲ ਆ, ਉਹਨਾਂ ਲਈ ਅੱਜ ਤੇ ਲੜਾਈ ਕੰਟਰੈਕਟ ਵਾਲਿਆਂ ਦੀ ਚੰਡੀਗੜ੍ਹ 'ਚ। ਪਿਛਲੇ 5 ਸਾਲਾਂ ਦਾ ਰਿਕਾਰਡ ਚੁੱਕੋ, ਸਾਡਾ ਚੁੱਕੋ, ਮੈਂ ਤਾਂ ਆਪਣੀ ਆਰਗੇਨਾਈਜੇਸ਼ਨ ਦਾ ਕਹਿਣਾ, 5 ਸਾਲਾਂ ਦਾ ਰਿਕਾਰਡ ਚੁੱਕ ਕੇ ਦੇਖੋ, ਲੜਾਈ ਆਊਟਸੋਰਸ ਦੀ ਚੱਲ ਰਹੀ ਆ। ਤੇ ਅੱਜ ਜੇ ਬਚੇ ਆਊਟਸੋਰਸ ਮੁਲਾਜ਼ਮ ਤੇ ਉਹ ਆਰਗੇਨਾਈਜੇਸ਼ਨ ਦੇ ਕਰਕੇ ਬਚੇ ਆ, नहीं तो क्या उनको क्या समझाएंगे आप जो आउटसोर्स और ठेके पे काम कर रहे हैं? क्या समझाएंगे कि दो फाड़ ना हो? देखो, पढ़े लिखे मुलाजिम है, दो फाड़ होंदा तो मतलब ही नहीं बनता ना। लड़ाई चल रही है, आप एक स्टैप जिते हैं, जहाँ तो आप बैक किते गए हो, ये फिर अमित शाह तो अज आया चंडीगढ़ च, लड़ाई पहला चल रही, चंडीगढ़ प्रशासन ने फैसला करना वा। ये कोई अमित शाह ਨੂੰ ਪੁੱਛਣਾ ਨਹੀਂ, ਉਹਨਾਂ ਜਦੋਂ ਬਣਾਉਣੀ ਆ ਇਹ ਪਾਲਿਸੀ ਜਦ ਬਣਾਈ ਹਮ ਡੇਲੀ ਵੇਜ ਦੀ, ਕਿਤੇ ਅਮਿਤ ਸ਼ਾਹ ਨੂੰ ਜਾਂ ਸੈਂਟਰ ਤੋਂ ਕਿਸੇ ਨੂੰ ਨਹੀਂ ਪੁੱਛਿਆ, ਇਹਨਾਂ ਨੇ ਬਣਾਈ ਹੈ, ਸੁਪਰੀਮ ਕੋਰਟ ਦੇ ਫੈਸਲੇ ਮੁਤਾਬਕ ਬਣਾਈ ਆ। ਉਹ ਫੈਸਲੇ ਅੱਜ ਵੀ ਆ, ਉਹ ਲਾਗੂ ਕਰਨੇ ਪੈਣੇ ਇਹਨਾਂ ਨੂੰ, ਤੁਹਾਡੇ ਸਾਹਮਣੇ होंगे लागू। जिस तरह से आपने कहा कि डीसी रेट को लेकर के हमने लड़ाई लड़ी, आखिरकार हमारी लड़ाई समान वर्क समान वेतन, इक्वल वर्क इक्वल सैलरी, इसको लेकर के हमारी जो लड़ाई है वो हमको लगता है बहुत धारदार लड़ाई नहीं है। इस वजह से हमें डीसी रेट को भी बढ़ाने के लिए लड़ाई लड़नी पड़ रही है। ਉਹਦਾ ਬੜਾ ਵੱਡਾ ਕਾਰਨ ਹੈ। ਦੇਖੋ, ਜਿਹੜੇ ਆਊਟਸੋਰਸ ਇੰਪਲਾਈਜ਼ ਹੁੰਦੇ ਆ, ਇਹ ਐਕਚੁਅਲੀ ਪ੍ਰੋਜੈਕਟ ਦੇ ਅਗੇਂਸਟ ਰੱਖੇ ਜਾਂਦੇ ਆ ਕਿਤੇ ਵੀ, ਕਿ ਪ੍ਰੋਜੈਕਟ ਹੈ 6 ਮਹੀਨੇ ਦਾ, ਸਾਲ ਦਾ ਪ੍ਰੋਜੈਕਟ ਖਤਮ ਤੇ ਜੌਬ ਖਤਮ ਹੁੰਦੀ ਆ। ਪਰ ਚੰਡੀਗੜ੍ਹ ਦੇ ਵਿੱਚ ਨੇਚਰ ਆਫ ਵਰਕ ਹੈ ਰੈਗੂਲਰ। ਉਹਦਾ ਪਹਿਲਾ ਸਾਡਾ ਇਹ ਜਦੋਂ ਠੇਕਾ ਬਦਲਦਾ ਸੀ, ਬੰਦੇ ਬਦਲਦੇ ਸੀ, ਉਹ ਜਿੱਥੇ ਯੂਨੀਅਨ ਸਟਰੋਂਗ ਉੱਥੇ ਨਹੀਂ ਬਦਲਦੇ, ਤੇ ਕਾਨੂੰਨ ਮੁਤਾਬਕ ਬਦਲਦੇ ਆ ਬੰਦੇ। ਅੱਜ ਵੀ ਜੇ ਇਹ ਜਿਹੜਾ ਕਾਨੂੰਨ ਆ ਬਣਾਇਆ, ਸਰਕਾਰ ਨੇ ਆਰਡਰ ਕੀਤੇ ਕਿ ਨਹੀਂ ਕੱਢਣਗੇ, ਉਹ ਇਹਨਾਂ ਦੇ ਸਟੈਂਡਿੰਗ ਆਰਡਰ ਆ। ਜੇ ਵੀ ਕਾਨੂੰਨ ਨਹੀਂ ਬਣਿਆ, ਉਹਨੂੰ ਕਾਨੂੰਨ ਦਾ ਰੂਪ ਦਿਵਾਉਣਾ ਪੈਣਾ। ਉਹ ਅਗਲੀ ਜਦੋਂ ਉਹਨੂੰ ਕਾਨੂੰਨ ਦਾ ਰੂਪ ਉਦੋਂ ਦਿੱਤਾ ਆਉਣਾ ਵਾ ਜਦੋਂ ਇਕੁਅਲ ਵਰਕ ਇਕੁਅਲ ਪੇ ਲਾਗੂ ਹੋਣਾ। ਇੱਥੇ ਪਹਿਲਾ ਸਟੈਪ ਆਪਾਂ ਜਿੱਤੇ ਇਹਨਾਂ ਨੂੰ ਕੱਢਿਆ ਨਹੀਂ ਜਾਊਗਾ। ਅਗਲਾ ਸਟੈਪ ਹੋਣਾ, ਜੇ ਸਾਡੀ ਜੌਬ ਰੈਗੂਲਰ ਆ, ਕੰਮ ਰੈਗੂਲਰ ਆ, ਤੇ ਸਾਨੂੰ ਰੈਗੂਲਰ ਸਕੇਲ ਕਿਉਂ ਨਾ ਦਿੱਤਾ ਜਾਵੇ, ਸਾਨੂੰ ਇਕੁਅਲ ਵਰਕ ਇਕੁਅਲ ਪੇ ਕਿਉਂ ਨਾ ਦਿੱਤਾ ਜਾਵੇ। ਸਟੈਪ ਵਾਈਜ਼ ਲੜਾਈ ਹੈ। ਜਦੋਂ ਇਕੁਅਲ ਵਰਕ ਇਕੁਅਲ ਪੇ ਲਾਗੂ ਹੋਣਾ ਤੇ ਸਰਕਾਰ ਨੂੰ ਰੈਗੂਲਰ ਕਰਨ ਦੇ ਵਿੱਚ ਕੋਈ ਦਿੱਕਤ ਹੀ ਨਹੀਂ ਹੋਣੀ। बिल्कुल, लेकिन एक बात और है कि जिस तरह से आप कह रहे हैं कि जो ठेके पे काम कर रहे हैं या आउटसोर्स पर काम कर रहे हैं, क्यों ना डिपार्टमेंट से सीधे कॉन्ट्रैक्ट कर्मचारियों की हो, क्यों ना हो, ताकि कम से कम बीच में जो ये लूट चल रहा है, खुलेआम लूट रहे हैं ठेकेदार कर्मचारियों को, 3-3, 4-4 महीने, 2-2 महीने की सैलरी गायब कर देते हैं। ये आखिरकार सीधे के सीधे डिपार्टमेंटल से क्यों ना इसका कॉन्ट्रैक्ट हम करें जो ये लूट बंद हो जाए। ਇਹ ਵੀ ਲੜਾਈ ਦਾ ਮੁੱਦਾ ਵਾ, ਇਹ 'ਤੇ ਲੜਿਆ ਜਾ ਸਕਦਾ। ਉਹਦਾ ਕਾਰਨ ਹੈ ਬੜਾ ਵੱਡਾ। ਇਹ ਲੜਾਈ
ਦਾ ਮੁੱਦਾ ਇਸ ਕਰਕੇ ਬਣ ਜਾਂਦਾ ਕਿ ਜਦੋਂ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਕਲਾਸ 4 ਦੀ ਭਰਤੀ ਤੇ ਬੈਨ ਲਾਤਾ ਵੀ ਰੈਗੂਲਰ ਭਰਤੀ ਨਹੀਂ ਹੋਣੀ, ਅਲਟੀਮੇਟਲੀ ਕਲਾਸ 3 ਪੋਸਟਾਂ ਵੀ ਖਤਮ ਹੋ ਰਹੀਆਂ, ਅਬੋਲਿਸ਼ ਹੋ ਜਾ ਰਹੀਆਂ, ਭਰੀਆਂ ਨਹੀਂ ਜਾ ਰਹੀਆਂ। ਜਦੋਂ ਹੁਣ ਰਹਿਣੇ ਆਊਟਸੋਰਸ ਮੁਲਾਜ਼ਮ ਆ ਤੇ ਫਿਰ ਡਿਪਾਰਟਮੈਂਟ DC ਰੇਟ ਤੇ ਰੱਖਣੇ, ਸਿੱਧੇ ਰੱਖ ਲੈਣ, ਬੇਸਿਕ ਪਲੱਸ DA ਦੇਣ ਉਹਨਾਂ ਨੂੰ, ਰੱਖ ਸਕਦੇ ਆ। ਉਹ ਵੀ ਲੜਾਈ ਦਾ ਇੱਕ ਤਰੀਕਾ ਵਾ, ਉਹ ਲੜਾਈ ਚੱਲੂਗੀ, ਅੱਗੇ ਨੂੰ ਵਧੂਗੀ। ਜਦੋਂ ਡੇਲੀ ਵੇਜ ਦੀ ਆਪਾਂ ਲੜਾਈ ਲੜੀ ਉਦੋਂ ਕਹਿੰਦੇ ਇਹਨਾਂ ਨੂੰ ਕਿੰਨੇ ਰੈਗੂਲਰ ਕਰਨਾ, ਇਹ ਤਾਂ ਐਵੇਂ ਰੌਲਾ ਪਾਈ ਜਾਂਦੇ ਲੀਡਰ। ਤੇ ਬਣੀ ਪਾਲਿਸੀ ਉਹਨਾਂ ਦੀ, ਅੱਜ ਵੀ ਜਿੱਥੇ ਵੈਕੰਸੀ ਹੁੰਦੀ ਉੱਥੇ ਰੈਗੂਲਰ ਹੋ ਰਹੇ ਆ, ਜੇ ਰੈਗੂਲਰ ਨਹੀਂ ਹੁੰਦੇ ਬੇਸਿਕ ਪਲੱਸ DA ਦੇ ਅਲਾਉਂਸੇਜ ਮਿਲ ਰਹੇ ਆ, ਪੈਨਸ਼ਨ ਮਿਲ ਰਹੀ ਆ। ਵੈਕੰਸੀਆਂ ਦਾ ਵੀ ਅੱਜ 35,000 ਕਹਿੰਦੇ ਉਹਨੇ ਕਰ ਦੇਣੇ ਤੇ ਇੱਥੇ ਵੀ ਹੋ ਜਾਣੇ ਆ। ਉਹ ਤਾਂ ਕਹਿਣ ਦੀ ਗੱਲ ਹੈ ਨਾ, 35,000 ਵੈਕੰਸੀਆਂ ਕ੍ਰੀਏਟ ਕਰ ਰਹੀ ਪੰਜਾਬ ਗੌਰਮੈਂਟ ਪਹਿਲਾਂ ਨਾ, ਉਹ ਕਿੱਥੇ ਹੋਣੀਆਂ ਵਿਧਾਨ ਸਭਾ 'ਚ, ਚੰਡੀਗੜ੍ਹ 'ਚ ਕਿੱਥੇ ਹੋਣੀਆਂ, ਪੰਜਾਬ ਦੀ ਵਿਧਾਨ ਸਭਾ ਨੇ ਤਾਂ ਨਹੀਂ ਕਰਨੀਆਂ, ਚਾਹੇ ਪੰਜਾਬ ਦੇ ਰੂਲ ਹੁਣ ਕੋਈ ਹੋਣ। ਨਹੀਂ ਕਰ ਸਕਦੇ ਫੋਲੋ। 2011 'ਚ ਪੰਜਾਬ ਦੀ ਪਾਲਿਸੀ ਅੱਜ ਵੀ ਉੱਥੇ ਰੈਗੂਲਰ ਹੋ ਰਹੇ ਹੁਣ ਵੀ ਬੰਦੇ ਜਿੱਥੇ ਵੈਕੰਸੀ ਹੁੰਦੀ ਆ। ਜਿਹੜੀਆਂ ਪੁਰਾਣੀਆਂ ਪਾਲਿਸੀਆਂ ਬਣੀਆਂ ਰੈਗੂਲਰ ਹੋ ਰਹੇ ਪੰਜਾਬ ਦੇ ਵਿੱਚ। ਜਦੋਂ ਅਮਰਿੰਦਰ ਸਿੰਘ ਜੀ ਆਏ ਇਹਨਾਂ ਵੀ ਕੀਤੇ, ਜਿਹੜੀ ਪਾਲਿਸੀ 17 'ਚ ਬਣਾਈ ਇਹਨਾਂ ਨੇ, 11 ਦੀ ਪਾਲਿਸੀ ਨੂੰ ਰਿਵਾਈਜ਼ ਕੀਤਾ। ਪਾਲਿਸੀਆਂ ਪੰਜਾਬ 'ਚ ਅੱਜ ਵੀ ਆ ਜਿਹੜੇ ਪੁਰਾਣੀਆਂ ਚੱਲ ਰਹੀਆਂ ਉਹਨਾਂ ਦੇ ਅਗੇਂਸਟ ਹੁਣੇ ਰੈਗੂਲਰ ਉਦੋਂ ਹੋਣੇ ਜਦੋਂ ਵੈਕੰਸੀ ਹੋਣੀ ਆ। ਦੂਸਰਾ ਜਿਹੜਾ ਗੱਲ ਆ, ਜਦੋਂ ਅੱਜ ਪੰਜਾਬ 'ਚ ਰੈਗੂਲਰ ਹੋਣੇ ਆ ਬੰਦੇ, ਉਹਨਾਂ ਦੀ ਜਦੋਂ ਸੈਲਰੀ ਕਾਊਂਟ ਕਰੋਗੇ, ਜਦੋਂ ਰੈਗੂਲਰ ਹੋਣੇ ਆ, ਸਾਡੇ ਮੁਲਾਜ਼ਮਾਂ ਨਾਲੋਂ ਘੱਟ ਹੋਣੀ ਹੈ। ਆਊਟਸੋਰਸ ਵਾਲੇ ਉਹ ਰੈਗੂਲਰ ਹੋਣਗੇ, ਸਾਡੇ ਮੁਲਾਜ਼ਮ ਆਊਟਸੋਰਸ, ਇਹਨਾਂ ਦੀ ਜ਼ਿਆਦਾ ਹੋਊ, ਉਹਨਾਂ ਦੀ ਘੱਟ ਹੋਊ। ਫਿਰ ਵੀ ਉਹਦਾ ਕਾਰਨ ਹੈ ਪ੍ਰੋਬੇਸ਼ਨ ਪੀਰੀਅਡ 3 ਸਾਲ ਦਾ, ਸਿਰਫ ਬੇਸਿਕ ਪੇ ਦੇਣੀ ਆ, ਇੱਥੇ ਨਹੀਂ। ਹੁਣ ਜੇ ਆਪਾਂ ਪੰਜਾਬ ਨੂੰ ਕਰੀਏ ਅਡੋਪਟ, ਪੰਜਾਬ ਨੂੰ ਕਰ ਸਕਦੇ ਆ, ਕੋਈ ਦਿੱਕਤ ਨਹੀਂ ਗੀ, ਅੱਜ ਵੀ ਕਰ ਸਕਦੇ, ਚਾਹੇ ਸੈਂਟਰ ਦੇ ਸਿਵਲ ਸਰਵਿਸ ਰੂਲ ਆ ਇਹਨਾਂ ਦੇ ਵਾਸਤੇ ਆਊਟਸੋਰਸ ਮੁਲਾਜ਼ਮਾਂ ਲਈ ਪੰਜਾਬ ਨੂੰ ਕਰ ਸਕਦੇ ਅਡੋਪਟ। ਅੱਜ ਹਰਿਆਣੇ ਵਾਲੇ ਪੰਜਾਬ ਦੇ ਪੇ ਸਕੇਲ ਅਡੋਪਟ ਕਰਦੇ ਆ, ਕੋਈ ਰੂਲ ਤੇ ਨਹੀਂ ਨਾਲ ਲਾਗੂ ਹੋ ਗਏ ਉੱਥੇ। ਹਿਮਾਚਲ ਵਾਲੇ ਕਰਦੇ ਆ, ਉੱਥੇ ਕੋਈ ਰੂਲ ਤੇ ਲਾਗੂ ਨਹੀਂ ਪੰਜਾਬ ਦੇ, ਇੱਥੇ ਵੀ ਕਰ ਸਕਦੇ। ਲਿਆਓ ਜੀ DC ਰੇਟ ਪੰਜਾਬ ਦੇ ਦੇ ਦਿਓ ਸਾਨੂੰ, ਜੇ ਜ਼ਿਆਦਾ ਉੱਥੇ ਤੇ। ਪੰਜਾਬ ਦੇ ਵਿੱਚ 8600 ਰੁਪਏ DC ਰੇਟ ਆ, ਜਿਹੜੀ ਪੰਜਾਬ ਦੀ ਆਪਾਂ ਗੱਲ ਕਰ ਰਹੇ ਆ। ਅੱਜ ਵੀ ਸਾਡੇ ਨੂੰ ਅੱਧੇ ਆ ਸਾਡੇ ਆਊਟਸੋਰਸ ਮੁਲਾਜ਼ਮ ਤੇ, ਹਾਂਜੀ ਬਹੁਤ ਜ਼ਿਆਦਾ ਲੈ ਰਹੇ ਸਾਡੇ ਤੇ ਉੱਥੋਂ। ਇਸ ਕਰਕੇ ਇਹਦਾ ਪੰਜਾਬ ਸੈਂਟਰ ਨਾਲ ਕੋਈ ਮਸਲਾ ਨਹੀਂ ਬਣਦਾ ਸਾਡਾ। ਜਿਹੜਾ ਆਊਟਸੋਰਸ ਦੀ ਲੜਾਈ ਸਿੰਪਲ ਆ ਕਿ ਸੁਪਰੀਮ ਕੋਰਟ ਦੇ ਜੱਜਮੈਂਟਾਂ ਦੇ ਆਧਾਰ 'ਤੇ ਜਿਹੜੀ ਪਾਲਿਸੀ ਬਣਾਈ ਹੈ ਨਾ ਡੇਲੀ ਵੇਜ ਦੀ, ਉਹਦੇ ਉਸੇ ਪਾਲਿਸੀ ਜਿਹੜੀ ਐਕਸਟੈਂਡ ਕਰਨੀ ਚਾਹੀਦੀ ਹੈ ਇਹਨਾਂ ਨੂੰ, ਆਊਟਸੋਰਸ ਮੁਲਾਜ਼ਮਾਂ ਨੂੰ। अमित शाह ने जो घोषणा करी है, कितना संतुष्ट और कितना खुश या कितना निराश है? देखो ਜਿਹੜੇ ਲੱਡੂ ਵੰਡ ਰਹੇ ਆ ਉਹ ਵੀ ਗਲਤ ਵੰਡ ਰਹੇ ਆ। ਇਹ ਇੱਕ ਤੇ ਸਿਧਾਂਤਕ ਲੜਾਈ, ਆਪਾਂ ਲੜਾਈ ਤੇ ਆਪਾਂ ਲੜੀ, ਆਪਾਂ ਤਾਂ ਲੱਡੂ ਵੰਡ ਨਹੀਂ ਰਹੇ। ਬਿਲਕੁਲ, ਕੁਝ ਬਹੁਤ ਲੋਕ ਬਾਂਟ ਆਪਾਂ ਤੇ ਇਹ ਗੱਲ ਕਹਿ ਰਹੇ ਆ ਕਿ ਸਾਡੀ ਮੰਗ ਪੂਰੀ ਹੋਈ ਹੈ। ਮੰਗ ਕੀ ਆ? ਜਿੰਨਾ ਚਿਰ ਡਿਊਟੀ ਆ, ਡਿਊਟੀ ਸੈਂਟਰ ਦੇ ਅੰਡਰ ਹੈ ਨਾ, ਤੇ ਫਿਰ ਕਾਨੂੰਨਨ ਕੀ ਚਾਹੀਦਾ ਇੱਥੇ? ਜੇ ਡਿਊਟੀ ਆ ਉੱਥੇ ਸੈਂਟਰ ਦੇ ਸਕੇਲ, ਸੈਂਟਰ ਦੇ ਰੂਲ ਚਾਹੀਦੇ ਇੱਥੇ। ਇਹਨਾਂ ਨੇ ਪਹਿਲਾਂ ਜਿਹੜਾ ਪੁਰਾਣੇ ਸਮੇਂ 'ਚ ਇਹਨਾਂ ਨੇ ਗਲਤੀ ਕੀਤੀ ਆ। 31/12/1985 ਤੱਕ ਚੰਡੀਗੜ੍ਹ ਦੇ ਵਿੱਚ ਪੰਜਾਬ ਦੇ ਸਕੇਲ ਹੀ ਤੇ ਸੈਂਟਰ ਦੇ ਰੂਲ ਹੀ, 31/12/85 ਤੱਕ। ਉਦੋਂ ਬਾਅਦ ਇੱਥੇ ਲੜਾਈ ਲੜੀ ਵੀ ਸਾਨੂੰ ਸੈਂਟਰ ਦੇ ਸਕੇਲ ਦਿਓ। ਸੈਂਟਰ ਦੇ ਸਕੇਲ ਇਹਨਾਂ ਦਿੱਤੇ ਨਹੀਂ, ਦੇ ਤੇ ਪਾਂਡੀਚੇਰੀ ਦੇ, ਤਾਂ ਰੌਲਾ ਪੈ ਗਿਆ। ਇਹਨਾਂ ਇੱਕਦਮ ਸ਼ਿਫਟ ਕਰਕੇ ਪੰਜਾਬ ਦੇ ਸਕੇਲ ਵੀ ਸਭ ਕੁਛ ਇੱਧਰ ਕਰ ਦਿੱਤਾ। ਅਤੇ ਅੱਜ ਸਾਨੂੰ ਯਾਦ ਆ ਜਦੋਂ ਘਸੁੰਨ ਦੇ ਕੇ ਅੱਖਾਂ 'ਚ ਰੋਂਦੇ ਸੀ ਪ੍ਰੈਸ ਵਾਲੇ ਮੁਲਾਜ਼ਮ, ਟਿਫਨ ਲੈ ਕੇ ਗਏ ਨੌਕਰੀਆਂ 'ਤੇ 150 ਬੰਦੇ ਨੂੰ ਉਸੇ ਦਿਨ ਉਹਨਾਂ ਦੇ ਦਿੱਤੇ ਲੈਟਰ ਵੀ ਤੁਸੀਂ ਤਾਂ ਹੋ ਗਏ ਜੇ ਰਿਟਾਇਰ, ਤੁਸੀਂ ਤਾਂ 1 ਸਾਲ ਵੱਧ ਲੈ ਲਿਆ, 58 ਸਾਲ ਦੀ ਸਰਵਿਸ ਹੋ ਗਈ। ਨਾ ਲੱਡੂ ਵੰਡਣ ਦੇ ਨਾਲ ਨਾ ਇਹਦੇ 'ਤੇ ਕੋਈ ਜਸ਼ਨ ਮਨਾਉਣ ਦੀ ਗੱਲ ਹੈ। ਗੱਲ ਇਹ ਹੈ ਵੀ ਡਿਊਟੀ ਦੇ ਮੁਲਾਜ਼ਮਾਂ ਡਿਊਟੀ ਦਾ ਅਧਿਕਾਰ ਮਿਲ ਗਿਆ। ਉਹ 'ਚ ਕਈਆਂ ਨੇ ਕਹਿਣਾ ਨੁਕਸਾਨ ਵੀ ਹੋ ਰਿਹਾ, ਜਦ ਕਿ ਨੁਕਸਾਨ ਨਹੀਂ ਹੋਣਾ ਉਹਦਾ ਕਾਰਨ ਆ ਕੋਈ ਵੀ ਜਦੋਂ ਚੇਂਜ ਆਉਂਦੀ ਆ ਉਹ ਬੈਟਰਮੈਂਟ ਵਾਸਤੇ ਕੀਤੀ ਜਾਂਦੀ ਆ। ਅਤੇ ਪਿਛਲੇ ਜੇ ਕਿਸੇ ਨੂੰ ਕੋਈ ਫਾਇਦਾ ਜੇ 'ਚ ਨੁਕਸਾਨ ਹੁੰਦਾ तो प्रोटेक्ट किए जाते ਉਹਦੇ राइट पुराने तो ਇਹਦੇ 'ਚ भी होंगे। तो ये थे कर्मचारी नेता राकेश कुमार, जिन्होंने कॉन्ट्रैक्ट कर्मचारियों के लिए भी कहा और रेगुलर की मिठाई नहीं बंटनी चाहिए, लेकिन जो हक है उसकी लड़ाई हम लड़ते रहेंगे और आउटसोर्स और ठेके पर काम कर रहे कर्मचारियों की लड़ाई जारी रहेगी और उनको हक भी दिलाएंगे। बहुत बहुत धन्यवाद बात करने के लिए। थैंक यू, धन्यवाद जी। ਤੁਹਾਡੇ ਚੈਨਲ ਦਾ ਬਹੁਤ ਵੱਡਾ ਧੰਨਵਾਦ ਹੋਣਾ ਚਾਹੀਦਾ ਕਿਉਂਕਿ ਤੁਸੀਂ ਮੁਲਾਜ਼ਮਾਂ ਦੇ ਇਸ਼ੂਆਂ ਨੂੰ ਲਗਾਤਾਰ ਚੰਡੀਗੜ੍ਹ ਦੇ ਵਿੱਚ ਫੈਲਾ ਰਹੇ ਹੋ ਤੇ ਤੁਹਾਡਾ ਚੈਨਲ दिन दुगनी रात चुगनी जी तरक्की कर रहा, ये नज़र आ रहा सानू सारे। धन्यवाद। CNE न्यूज़ के साथ बने रहने के लिए आप सभी का बहुत बहुत धन्यवाद।